ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਸੈਣ ਜੀ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਪ੍ਰੇਮ ਭਗਤ ਰਾਤੀ ਕਰੈ ਭਲਕੈ ਰਾਜ ਦੁਆਰੈ ਜਾਈ। ਆਏ ਸੰਤ ਪਰਾਹੁਣੇ ਕੀਰਤਨ ਹੋਆ ਰਹਿਣ ਸਬਾਈ। ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਸੈਣ ਰੂਪ ਹਰ ਜਾਇ ਕੈ ਆਇਆ ਰਾਣੇ ਨੂੰ ਰਿਝਾਈ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ। ਰਾਣਾ ਦੂਰੋਂ ਸਦਕੈ ਗਲੋਂ ਕਵਾਏ ਖੋਲ ਪਹਿਨਾਈ। ਵਸ ਕੀਤਾ ਹੋਂ ਤੁਧ ਅੱਜ ਬੋਲੇ ਰਾਜਾ ਸੁਣੈ ਲੁਕਾਈ। ਪ੍ਰਗਟ ਕਰੈ ਭਗਤ ਵਡਿਆਈ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ 10ਵੀਂ ਵਾਰ ਦੀ ਇਸ ਪੌੜੀ ਵਿੱਚ ਭਗਤ ਸੈਣ ਜੀ ਦੇ ਜੀਵਨ ਪ੍ਰਤਾਏ ਇਸ਼ਾਰਾ ਦਿੰਦੇ ਨੇ ਕਿ ਕਬੀਰ ਜੀ ਦਾ ਵੱਡਾ ਪ੍ਰਤਾਪ ਸੁਣ ਕੇ ਰਾਮਾਨੰਦ ਜੀ ਦਾ ਦੂਜਾ ਸਿੱਖ ਭਾਵ ਦੂਜਾ ਸ਼ਿਸ਼ ਸੈਣ ਨਾਈ ਬਣਿਆ, ਜੋ ਕਿ ਰਾਤ ਨੂੰ ਪ੍ਰੇਮਾ ਭਗਤੀ ਕਰਦਾ ਹੁੰਦਾ ਸੀ ਅਤੇ ਹਰ ਰੋਜ਼ ਸਵੇਰੇ ਆਪਣੇ ਜੀਵਨ ਨਿਰਵਾਹ ਲਈ ਰਾਜੇ ਦੇ ਦੁਆਰੇ ਜਾ ਕੇ ਉਸ ਦੀ ਸੇਵਾ ਕਰਦਾ ਹੁੰਦਾ ਸੀ। ਇੱਕ ਰਾਤੀ ਸੰਤ ਜਨ ਉਹਨਾਂ ਦੇ ਪਾਸ ਚੱਲ ਕੇ ਆਏ। ਸਾਰੀ ਰਾਤ ਹਰੀ ਜਸ ਕੀਰਤਨ ਹੁੰਦਾ ਰਿਹਾ। ਸੈਣ ਜੀ ਸੰਤਾਂ ਨੂੰ ਛੱਡ ਕੇ ਰਾਜੇ ਦੇ ਦੁਆਰ ਸੇਵ ਕਮਾਉਣ ਨਾ ਜਾ ਸਕੇ ਅਤੇ ਸਾਧੂ ਜਨਾਂ ਦੀ ਹੀ ਸੇਵਾ ਕਰਦੇ ਰਹੇ। ਉਹਨਾਂ ਦੇ ਜਲ ਪਾਣ ਦਾ, ਉਹਨਾਂ ਦੇ ਹੱਥਾਂ ਨਾਲ ਟਹਿਲ ਕਰਨ ਦਾ ਕਾਰਜ ਕਰਕੇ ਉਸ ਵਿੱਚ ਮਗਨ ਰਹੇ। ਰਾਜੇ ਦੀ ਸੇਵ ਕਮਾਉਣ ਲਈ ਨਾ ਜਾ ਸਕੇ। ਉਧਰ ਆਪਣੇ ਭਗਤ ਦੀ ਪੈਜ ਰੱਖਦਿਆਂ ਹੋਇਆਂ ਹਰੀ ਨੇ ਸੈਣ ਜੀ ਦਾ ਰੂਪ ਧਾਰ ਕੇ ਰਾਜੇ ਨੂੰ ਸੇਵਾ ਕਰਕੇ ਬਹੁਤ ਰਿਝਾ ਲਿਆ। ਸੈਣ ਜੀ ਜਦ ਆਏ ਹੋਏ ਮਹਾਪੁਰਖਾਂ ਨੂੰ ਵਿਦਾ ਕਰਕੇ ਰਾਜੇ ਦੇ ਦੁਆਰੇ ਥੋੜਾ ਹਿਚਕਚਾਉਂਦੇ ਗਏ, ਸ਼ਰਮਾਉਂਦੇ ਹੋਏ ਗਏ। ਰਾਜੇ ਨੇ ਨੇੜੇ ਸੱਦ ਕੇ ਆਪਣੀ ਖਿੱਲਤ ਖੋਲ ਕੇ ਉਹਨਾਂ ਦੇ ਗਲ ਪਾ ਦਿੱਤੀ। ਰਾਜੇ ਨੇ ਆਖਿਆ ਕਿ ਅੱਜ ਤੁਸੀਂ ਮੈਨੂੰ ਵਸ ਕਰ ਲਿਆ ਹੈ। ਲੋਕ ਵੀ ਸੁਣ ਰਹੇ ਸਨ। ਇਸ ਤਰ੍ਹਾਂ ਪਰਮੇਸ਼ਰ ਜੀ ਆਪਣੇ ਭਗਤਾਂ ਦੀ ਵਡਿਆਈ ਪ੍ਰਗਟ ਕਰਦੇ ਹਨ। ਭਗਤ ਸੈਣ ਜੀ ਦਾ ਸੰਖੇਪ ਜੀਵਨ ਬਿਉਰਾ ਇਤਿਹਾਸ ਵਿੱਚ ਇੰਜ ਮਿਲਦਾ ਹੈ। ਆਪ ਜੀ ਦੇ ਪਿਤਾ ਜੀ ਦਾ ਨਾਮ ਸ੍ਰੀ ਮੁਕੰਦ ਰਾਏ ਜੀ, ਮਾਤਾ ਸ੍ਰੀ ਮਤੀ ਜੀਵਨੀ ਜੀ। 1390 ਈਸਵੀ ਦੇ ਨੇੜੇ ਇਹਨਾਂ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ। ਜਨਮ ਅਸਥਾਨ ਪਿੰਡ ਸੋਹਲ ਠੱਠੀਆਂ, ਜ਼ਿਲ੍ਹਾ ਅੰਮ੍ਰਿਤਸਰ, ਜੋ ਪੰਜਾਬ ਵਿੱਚ ਹੈ। ਇਹਨਾਂ ਦੀ ਸੁਪਤਨੀ ਦਾ ਨਾਮ ਬੀਬੀ ਸੁਲੱਖਣੀ ਜੀ ਸੀ। ਕਾਰੋਬਾਰ ਬਾਂਧਵਾਗੜ੍ਹ ਰਾਜੇ ਦੇ ਇਹ ਸ਼ਾਹੀ ਸੇਵਕ ਸਨ। ਸੰਤਾਨ ਦਾ ਵੇਰਵਾ ਬਹੁਤਾ ਉਪਲਬਧ ਨਹੀਂ ਹੈ ਤੇ ਗੁਰੂ ਦੀਖਿਆ ਇਹਨਾਂ ਨੇ ਵੀ ਸ੍ਰੀ ਰਾਮਾਨੰਦ ਜੀ ਪਾਸੋਂ ਪ੍ਰਾਪਤ ਕੀਤੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਭਗਤ ਸੈਣ ਜੀ ਦਾ ਇੱਕ ਸ਼ਬਦ ਦਰਜ ਹੈ। 1440 ਈਸਵੀ ਦੇ ਨੇੜੇ ਇਹਨਾਂ ਦਾ ਅਕਾਲ ਚਲਾਣਾ ਹੈ। ਕੁੱਲ ਆਯੂ 50 ਸਾਲ ਦੀ ਦਰਸਾਈ ਜਾਂਦੀ ਹੈ। ਭਗਤਾਂ ਦਾ ਜਨਮ ਜਾਂ ਪਰਵਰਿਸ਼ ਕਿਸੇ ਕੁੱਲ ਵਿੱਚ ਹੋਵੇ, ਨੀਵੀਂ ਤੋਂ ਨੀਵੀਂ ਕੁੱਲ, ਜਿਸ ਤੋਂ ਦੁਨੀਆ ਦੇ ਲੋਕ ਜਾਤ ਵੰਡ ਕਾਰਨ ਹੱਥੋਂ ਲੈ ਕੇ ਖਾਣੋਂ ਵੀ ਸੰਕੋਚ ਕਰਦੇ ਹੋਣ, ਅਜਿਹੇ ਪੁਰਸ਼ ਨੂੰ ਜੇਕਰ ਪ੍ਰਭੂ ਭਗਤੀ ਦੀ ਰੰਗਣ ਚੜ ਜਾਵੇ ਤਾਂ ਸਰਬ ਸ੍ਰੇਸ਼ਟ ਹੋ ਜਾਂਦਾ ਹੈ। ਸ੍ਰੇਸ਼ਟਤਾ ਜਾਤ ਜਾਂ ਵਰਣ ਕੁੱਲ ਵਿੱਚ ਨਹੀਂ, ਸ੍ਰੇਸ਼ਟਤਾ ਹੈ ਤਾਂ ਕੇਵਲ ਪ੍ਰਭੂ ਜੀ ਦੇ ਨਾਮ ਵਿੱਚ ਹੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਕਿ ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਸੈਣ ਜੀ ਦਾ ਹਿਰਦਾ ਬਚਪਨ ਤੋਂ ਹੀ ਪ੍ਰਭੂ ਭਗਤੀ ਦੀ ਭਾਵਨਾ ਵਾਲਾ ਸੀ। ਜਿੱਥੇ ਕਿਤੇ ਵੀ ਹਰੀ ਜਸ ਹੁੰਦਾ, ਕਥਾ ਕੀਰਤਨ ਦਾ ਸਮਾਗਮ ਹੁੰਦਾ ਜਾਂ ਮਹਾਤਮਾ ਜਨ ਮਿਲਦੇ, ਉੱਥੇ ਹੀ ਪ੍ਰੇਮ ਵਸ ਹੋਏ ਸੰਗਤਾਂ ਦੀ ਸੇਵਾ ਕਰਕੇ ਕਥਾ ਕੀਰਤਨ ਸੁਣ ਕੇ ਆਪਣਾ ਜਨਮ ਸਫਲਾ ਕਰਦੇ। ਮਨ, ਬਚਨ, ਕਰਮਾਂ ਦੁਆਰਾ ਮਹਾਤਮਾ ਜਨਾਂ ਦੀ ਸੇਵਾ ਅਤੇ ਪ੍ਰੇਮਾ ਭਗਤੀ ਕਰਿਆ ਕਰਦੇ। ਦੁਨਿਆਵੀ ਜੀਵਨ ਵਿੱਚ ਆਪ ਲੋਕਾਂ ਦੇ ਸੁਨੇਹੇ ਦੇਣ ਦਾ ਕੰਮ ਵੀ ਕਰਦੇ। ਆਪ ਬਾਂਧਵਾਗੜ੍ਹ ਰੀਵਾ ਦੇ ਰਾਜੇ ਪਾਸ ਸੇਵਾਦਾਰ ਸਨ। ਮਾਲਿਸ਼ ਕਰਨਾ, ਇਸ਼ਨਾਨ ਕਰਵਾਉਣਾ, ਵਸਤਰ ਆਦਿ ਪਹਿਨਾਉਣ ਆਦਿ ਦੀ ਜ਼ਿੰਮੇਵਾਰੀ ਇਹਨਾਂ ਦੀ ਸੀ। ਉਨੀ ਦਿਨੀ ਭਗਤ ਕਬੀਰ ਜੀ ਦਾ ਜਸ ਬਹੁਤ ਫੈਲਿਆ ਹੋਇਆ ਸੀ। ਭਗਤ ਜੀ ਦੀ ਉਪਮਾ ਸੁਣ ਕੇ ਸੈਣ ਜੀ ਬਨਾਰਸ ਰਾਮਾਨੰਦ ਜੀ ਪਾਸ ਪੁੱਜੇ। ਉਹਨਾਂ ਪਾਸੋਂ ਗੁਰੂ ਦੀਖਿਆ ਪ੍ਰਾਪਤ ਕੀਤੀ ਅਤੇ ਉਹਨਾਂ ਦੀ ਸੰਗਤ ਦਾ ਸੈਣ ਜੀ ਉੱਪਰ ਬਹੁਤ ਪ੍ਰਭਾਵ ਪਿਆ। ਆਪ ਜੀ ਥੋੜੇ ਸਮੇਂ ਵਿੱਚ ਹੀ ਬਹੁਤ ਆਤਮਿਕ ਉન્નਤੀ ਕਰ ਗਏ। ਦੁਨਿਆਵੀ ਫਰਜ਼ਾਂ ਨੂੰ
ਸਾਰਾ ਦਿਨ ਬੜੇ ਪਿਆਰ ਨਾਲ ਨਿਰੰਕਾਰ ਵੱਲੋਂ ਲੱਗੀ ਡਿਊਟੀ ਸਮਝ ਕੇ ਨਿਭਾਉਂਦੇ। ਉਸ ਪਿੱਛੋਂ ਘਰ ਪੁੱਜ ਕੇ ਆਏ ਗਏ ਸਾਧੂ ਸੰਤਾਂ, ਮਹਾਤਮਾਵਾਂ, ਅਭਿਆਗਤਾਂ ਦੀ ਸੇਵਾ ਕਰਦੇ ਅਤੇ ਰਾਤ ਸਮੇਂ ਪ੍ਰਭੂ ਜੀ ਦੀਆਂ ਸਾਖੀਆਂ ਸੁਣਦੇ। ਆਪ ਜੀ ਬੜੇ ਹਲੀਮੀ, ਮਿੱਠ ਬੋਲੇ ਅਤੇ ਸੇਵਾ ਭਾਵ ਵਾਲੇ ਸਨ। ਸੇਵਾ ਅਤੇ ਸਿਮਰਨ ਦੀ ਅਜਿਹੀ ਲਗਨ ਲੱਗੀ ਕਿ ਨੀਂਦ, ਭੁੱਖ, ਤ੍ਰੇਹ, ਥਕੇਵਾਂ, ਦੁਨਿਆਵੀ ਲਾਲਚ ਦਾ ਪ੍ਰਭਾਵ ਸਰੀਰ ਅਤੇ ਮਨ ਤੋਂ ਖਤਮ ਹੋ ਗਿਆ। ਬਸ ਇੱਕੋ ਲਗਨ ਪ੍ਰਭੂ ਜੀ ਦੇ ਗੁਣ ਗਾਉਣ ਦੀ। ਹਮੇਸ਼ਾ ਪ੍ਰਭੂ ਪਰਮੇਸ਼ਰ ਦੀ ਉਸਤਤੀ ਦਾ ਚਾਅ ਚੜਿਆ ਰਹਿੰਦਾ। ਉਦਾਰਤਾ ਇੱਥੋਂ ਤੱਕ ਕਿ ਆਪਣੇ ਨਿੰਦਕਾਂ ਦੀ ਵੀ ਉਸੇ ਭਾਵਨਾ ਨਾਲ ਸੇਵਾ ਕਰਦੇ ਜਿਸ ਭਾਵਨਾ ਨਾਲ ਸਾਧੂ ਮਹਾਤਮਾਵਾਂ ਦੀ ਸੇਵਾ ਕਰਦੇ। ਸੋ ਸਮਾਂ ਆ ਗਿਆ ਜਦੋਂ ਪ੍ਰਭੂ ਜੀ ਨੇ ਸੈਣ ਦੀ ਪ੍ਰਭੂ ਭਗਤੀ ਅਤੇ ਸੇਵਾ ਭਾਵ ਨੂੰ ਪ੍ਰਗਟ ਕਰ ਦਿੱਤਾ। ਇੱਕ ਦਿਨ ਘਟਨਾ ਇੰਜ ਘਟੀ ਕਿ ਪੂਰਨ ਮਹਾਤਮਾ ਭਗਤ ਸੈਣ ਜੀ ਦੇ ਘਰ ਆ ਗਏ। ਮਹਾਤਮਾ ਦੇ ਪਵਿੱਤਰ ਮੁਖਾਰ ਬਿੰਦ ਤੋਂ ਪ੍ਰਭੂ ਉਸਤਤ ਸੁਣ ਕੇ ਸੈਣ ਜੀ ਮਗਨ ਹੋ ਗਏ। ਸਾਰੀ ਰਾਤ ਕਥਾ ਕੀਰਤਨ ਵਿੱਚ ਹੀ ਲੰਘ ਗਈ। ਸਵੇਰੇ ਰਾਜੇ ਦੇ ਦਰਬਾਰ ਵਿੱਚ ਜਾਣ ਦਾ ਜਦ ਖਿਆਲ ਬਿਲਕੁਲ ਨਾ ਆਇਆ, ਸਰੀਰ ਦੀ ਸੁੱਧ ਬੁੱਧੀ ਨਾ ਰਹੀ। ਜਿਵੇਂ ਭੌਰਾ ਮਕਰੰਦ ਰਸ ਵਿੱਚ ਮਗਨ ਹੋਇਆ ਸਭ ਕੁਝ ਭੁੱਲ ਜਾਂਦਾ ਹੈ, ਇਵੇਂ ਹੀ ਸਾਧ ਸੰਗਤ ਦਾ ਆਨੰਦ ਮਾਣਦੇ ਹੋਏ ਸੈਣ ਜੀ ਸਾਰਾ ਕੁਝ ਹੀ ਭੁੱਲ ਗਏ। ਹੇ ਮੇਰੀ ਆਤਮਾ, ਵੇਖ ਪ੍ਰਭੂ ਜੀ ਦੀ ਭਗਤ ਵਸ਼ਲਤਾ। ਸਤਿਗੁਰੂ ਦਾ ਬਿਰਧ ਹੈ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਭਗਤ ਦੀ ਪੈਜ ਰੱਖਣ ਵਾਸਤੇ ਭਗਤ ਵਸ਼ਲ ਦੀਨਾ ਬੰਧੂ ਪਰਮੇਸ਼ਰ ਜੀ ਨੇ ਸੈਣ ਜੀ ਦਾ ਰੂਪ ਧਾਰਨ ਕਰ ਲਿਆ। ਸਮੇਂ ਸਿਰ ਜਦੋਂ ਸੈਣ ਜੀ ਰਾਜੇ ਦੇ ਮਹਿਲਾਂ ਵਿੱਚ ਜਾਂਦੇ ਸਨ, ਉਸੇ ਸਮੇਂ ਪਰਮੇਸ਼ਰ ਸੈਣ ਜੀ ਦਾ ਰੂਪ ਧਾਰ ਕੇ ਰਾਜੇ ਦੇ ਮਹਿਲਾਂ ਵਿੱਚ ਪੁੱਜ ਗਏ। ਰਾਜੇ ਦੇ ਸਰੀਰ ਤੇ ਫੁਲੇਲ ਆਦਿ ਦੀ ਮਾਲਿਸ਼ ਕੀਤੀ, ਜਿਵੇਂ ਸੈਣ ਜੀ ਆਪ ਕਰਿਆ ਕਰਦੇ ਸਨ। ਜਿਵੇਂ ਜਿਵੇਂ ਸੈਣ ਰੂਪ ਵਿੱਚ ਭਗਵਾਨ ਜੀ ਦੇ ਹੱਥ ਰਾਜੇ ਦੀ ਪਿੱਠ ਤੇ ਮਾਲਿਸ਼ ਕਰਦੇ ਗਏ, ਪਿੱਠ ਤੇ ਹੋਏ ਫੋੜੇ ਦੀ ਦਰਦ ਨੂੰ ਆਰਾਮ ਆਉਂਦਾ ਗਿਆ। ਫਿਰ ਇਸ਼ਨਾਨ ਕਰਵਾਇਆ, ਸ਼ੀਸ਼ਾ ਲੈ ਕੇ ਰਾਜੇ ਦੀ ਪਗੜੀ ਬਣਵਾਈ। ਭਗਵਾਨ ਜੀ ਨੂੰ ਰਾਜੇ ਦੀ ਸੇਵਾ ਵਿੱਚ ਮਗਨ ਹੋਇਆਂ ਨੂੰ ਵੇਖ ਕੇ ਦੇਵਤਿਆਂ ਨੇ ਵੀ ਸਵਰਗ ਵਿੱਚੋਂ ਪ੍ਰਸੰਨ ਹੋ ਕੇ ਨਮਸਕਾਰਾਂ ਕਰਨੀਆਂ ਸ਼ੁਰੂ ਕੀਤੀਆਂ। ਇਹ ਕੌਤਕ ਵੇਖ ਕੇ ਦੇਵਤੇ ਵੀ ਗਦਗਦ ਹੋ ਗਏ ਅਤੇ ਪ੍ਰੇਮ ਬਸ ਅੱਖਾਂ ਵਿੱਚੋਂ ਹੰਝੂ ਵਹਾਉਣ ਲੱਗੇ। ਉਧਰ ਸੈਣ ਜੀ ਮਹਾਤਮਾ ਦੀ ਸੇਵਾ ਵਿੱਚ ਲੀਨ ਰਹੇ, ਉਧਰ ਈਸ਼ਵਰ ਜੀ ਰਾਜੇ ਦੀ ਸੇਵਾ ਕਰਕੇ ਆਪਣੇ ਭਗਤ ਦੀ ਪੈਜ ਰੱਖਦੇ ਰਹੇ। ਅਗਲੇ ਦਿਨ ਭਗਤ ਜੀ ਸੰਤਾਂ ਨੂੰ ਵਿਦਾ ਕਰਕੇ ਘਰ ਮੁੜੇ ਤਾਂ ਧਿਆਨ ਦੁਨਿਆਵੀ ਧੰਦਿਆਂ ਵੱਲ ਆਇਆ। ਤਦ ਮਨ ਵਿੱਚ ਝਟ ਖਿਆਲ ਆਇਆ ਕਿ ਮੈਂ ਤਾਂ ਰਾਜੇ ਦੀ ਨੌਕਰੀ ਤੋਂ ਗਾਫਲ ਹੋ ਗਿਆ। ਮਨ ਡਰਿਆ ਕਿ ਰਾਜਾ ਸ਼ਾਇਦ ਮੇਰੀ ਅਣਗਹਿਲੀ ਤੇ ਬਹੁਤ ਗੁੱਸੇ ਹੋਵੇਗਾ ਤੇ ਰਾਜਿਆਂ ਦਾ ਕੀ ਪਤਾ, ਸ਼ਾਇਦ ਕੋਈ ਸਜ਼ਾ ਹੀ ਨਾ ਦੇ ਦੇਵੇ। ਪਰ ਉਧਰ ਰਾਜੇ ਦਾ ਮਨ ਪ੍ਰਭੂ ਜੀ ਦੇ ਪਵਿੱਤਰ ਦਰਸ਼ਨਾਂ ਅਤੇ ਕਰ ਕਮਲਾਂ ਦੀ ਸ਼ੋਅ ਅਤੇ ਮਿਹਰ ਨਾਲ ਇੰਨਾ ਉਮਾ ਵਿੱਚ ਆਇਆ ਜਿਸ ਨੂੰ ਸ਼ਬਦਾਂ ਵਿੱਚ, ਜ਼ੁਬਾਨ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ। ਰਾਜਾ ਸੈਣ ਜੀ ਨੂੰ ਮਨ ਵਿੱਚ ਪੂਰਨ ਈਸ਼ਵਰ ਭਗਤ ਮੰਨ ਕੇ ਮਨ ਨੂੰ ਫਟਕਾਰਾਂ ਪਾਉਂਦਾ ਰਿਹਾ ਕਿ ਮੈਂ ਐਵੇਂ ਹੀ ਅਜਿਹੇ ਭਗਤ ਜਨ ਦੀ ਜਿਹੜੀ ਹੈ ਸੇਵਾ ਕਰਾਉਂਦਾ ਰਿਹਾ, ਐਵੇਂ ਇਹਨਾਂ ਨੂੰ ਨੀਚ ਸਮਝਦਾ ਰਿਹਾ। ਹੁਣ ਜਦੋਂ ਸੈਣ ਜੀ ਆਉਣਗੇ, ਮੈਂ ਆਪਣੀ ਪਿਛਲੀ ਭੁੱਲ ਮੁਆਫ ਕਰਵਾ ਕੇ ਅੱਗੋਂ ਤੋਂ ਉਹਨਾਂ ਨੂੰ ਗੁਰੂ ਧਾਰਨ ਕਰਾਂਗਾ। ਰਾਜੇ ਦਾ ਮਨ ਸੈਣ ਜੀ ਦੇ ਪ੍ਰਤੀ ਇਸ ਤਰ੍ਹਾਂ ਸ਼ਰਧਾ ਵਿੱਚ ਭਰਿਆ ਹੋਇਆ ਸੀ। ਇੰਨੇ ਨੂੰ ਸੈਣ ਜੀ ਮਨ ਅੰਦਰ ਕੁਝ ਸ਼ਰਮਿੰਦਗੀ ਮਹਿਸੂਸ ਕਰਦੇ ਕਿ ਮੈਂ ਆਪਣੀ ਜ਼ਿੰਮੇਵਾਰੀ ਵੱਲੋਂ ਗਫਲਤ ਕਰ ਬੈਠਾ ਹਾਂ। ਸ਼ਰਮਾਉਂਦੇ ਸ਼ਰਮਾਉਂਦੇ ਰਾਜੇ ਪਾਸ ਮਹੱਲਾਂ ਵਿੱਚ ਪੁੱਜੇ। ਸੈਣ ਜੀ ਨੂੰ ਵੇਖਦਿਆਂ ਸਾਰ ਹੀ ਰਾਜਾ ਆਪਣੇ ਸਿੰਘਾਸਨ ਤੋਂ ਉੱਠ ਪਿਆ, ਚਰਨਾਂ ਤੇ ਨਮਸਕਾਰ ਕੀਤੀ। ਇਸ ਕੌਤਕ ਨੂੰ ਵੇਖ ਕੇ ਸੈਣ ਜੀ ਅਤੇ ਮੰਤਰੀ ਬਹੁਤ ਹੈਰਾਨ ਹੋਏ। ਸੈਣ ਜੀ ਆਖਣ ਲੱਗੇ, ਰਾਜਾ ਜੀ, ਮੈਂ ਆਪ ਜੀ ਦੀ ਸੇਵਾ ਤੋਂ ਗੈਰ ਹਾਜ਼ਰ ਰਿਹਾ ਹਾਂ, ਇਸ ਭੁੱਲ ਦੀ ਮੈਨੂੰ ਮੁਆਫੀ ਦੇ ਦਿਓ। ਪਰ ਰਾਜਾ ਆਖਣ ਲੱਗਾ, ਸਵਾਮੀ ਜੀ, ਤੁਸੀਂ ਹੁਣੇ ਤਾਂ ਮੇਰੇ ਪਾਸੋਂ ਸੇਵਾ ਕਰਕੇ ਗਏ ਹੋ, ਮੁੜ ਦੁਬਾਰਾ ਕਿਸ ਵਾਸਤੇ ਆ ਗਏ? ਰਾਜੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੈਣ ਜੀ ਬਿਸਮਾਦ ਵਿੱਚ ਆ ਗਏ। ਪ੍ਰੇਮ ਵਸ ਹੋਇਆਂ ਦੇ ਨੇਤਰਾਂ ਤੋਂ ਜਲ ਵਗ ਤੁਰਿਆ। ਆਖਣ ਲੱਗੇ, ਰਾਜਾ ਜੀ, ਮੈਂ ਤਾਂ 2 ਦਿਨ ਸੰਤ ਮਹਾਤਮਾਵਾਂ ਦੀ ਸੇਵਾ ਵਿੱਚ ਹੀ ਮਗਨ ਰਿਹਾ ਹਾਂ। ਤੁਸੀਂ ਵਡਭਾਗੇ ਹੋ, ਭਗਵਾਨ ਜੀ ਆਪ ਦੀ ਸੇਵਾ ਕਰਦੇ ਰਹੇ। ਕਰੋੜਾਂ ਜਪ ਤਪ ਤੀਰਥ ਦਾਨ ਕਰਨ ਪਿੱਛੋਂ ਵੀ ਭਗਵੰਤ ਪਰਮੇਸ਼ਰ ਜੀ ਦੇ ਚਰਨਾਂ ਦੇ ਦਰਸ਼ਨ ਪ੍ਰਾਪਤ ਨਹੀਂ ਹੁੰਦੇ। ਪਰ ਤੁਹਾਨੂੰ ਤਾਂ ਭਗਵਾਨ ਜੀ ਨੇ 2 ਦਿਨ ਸੇਵਾਦਾਰ ਦੇ ਰੂਪ ਵਿੱਚ ਪ੍ਰਤੱਖ ਦਰਸ਼ਨ ਦਿੱਤੇ ਹਨ। ਕਲਯੁਗ ਵਿੱਚ ਪ੍ਰਮਾਤਮਾ ਦੇ ਦਰਸ਼ਨ ਬਹੁਤ ਅਸੰਭਵ ਹਨ। ਤੁਹਾਡੇ ਉੱਤੇ ਮਹਾਨ ਕਿਰਪਾ ਹੋਈ ਹੈ। ਰਾਜੇ ਨੇ ਜਦੋਂ ਸੈਣ ਜੀ ਦੇ ਉਪਰੋਕਤ ਬਚਨ ਸੁਣੇ ਤੇ ਚਰਨਾਂ ਤੇ ਢਹਿ ਪਿਆ,
ਨਿਮਰਤਾ ਪੂਰਵਕ ਬੇਨਤੀ ਕਰਨ ਲੱਗਾ ਕਿ ਭਗਤ ਜੀਓ, ਆਪ ਦੇ ਉਪਕਾਰ ਨਾਲ ਹੀ ਮੈਨੂੰ ਭਗਵਾਨ ਜੀ ਦੇ ਦਰਸ਼ਨ ਪ੍ਰਾਪਤ ਹੋਏ ਹਨ, ਤੁਸੀਂ ਮੈਨੂੰ ਆਪਣਾ ਸ਼ਿਸ਼ ਬਣਾ ਲਵੋ। ਪ੍ਰੇਮ ਵਸ ਹੋਏ ਰਾਜਾ ਨੂੰ ਆਪਣੀ ਸੁੰਦਰ ਪੋਸ਼ਾਕ ਉਤਾਰ ਕੇ ਉਸ ਨੇ ਸੈਣ ਜੀ ਦੇ ਗਲ ਪਾ ਦਿੱਤੀ। ਆਖਣ ਲੱਗੇ ਕਿ ਤੁਸੀਂ ਮੈਨੂੰ ਅੱਜ ਵਸ ਕਰ ਲਿਆ ਹੈ। ਸੈਣ ਜੀ ਆਪਣੀ ਉਪਮਾ ਸੁਣ ਕੇ ਹੰਕਾਰ ਵਿੱਚ ਨਹੀਂ ਆਏ, ਸਗੋਂ ਨਿਮਰਤਾ ਵਿੱਚ ਰਹਿ ਕੇ ਰਾਜੇ ਨੂੰ ਪ੍ਰੇਮਾ ਭਗਤੀ ਦਾ ਉਪਦੇਸ਼ ਦਿੱਤਾ। ਰਾਜਾ ਵੀ ਪ੍ਰੇਮਾ ਭਗਤੀ ਵਿੱਚ ਮਗਨ ਹੋਇਆ। ਉਦੋਂ ਤੋਂ ਲੈ ਕੇ ਉਥੋਂ ਦੇ ਅੱਗੋਂ ਬਣਨ ਵਾਲੇ ਰਾਜੇ ਸੈਣ ਜੀ ਦੇ ਪਰਿਵਾਰ ਨੂੰ ਹੀ ਗੁਰੂ ਮੰਨਦੇ ਆ ਰਹੇ ਹਨ। ਹੇ ਮੇਰੇ ਮਨ, ਵੇਖ ਪ੍ਰੇਮਾ ਭਗਤੀ ਦਾ ਪ੍ਰਤਾਪ। ਪ੍ਰਭੂ ਜੀ ਨੇ ਭਗਤ ਸੈਣ ਜੀ ਦੀ ਥਾਂ ਆਪ ਸੈਣ ਰੂਪ ਧਾਰ ਕੇ ਰਾਜੇ ਦੀ ਸੇਵਾ ਕੀਤੀ ਅਤੇ ਆਪਣੇ ਭਗਤ ਦੀ ਪੈਜ ਰੱਖੀ, ਅਤੇ ਪੈਜ ਰੱਖਣਾ ਹੀ ਨਹੀਂ ਕੀਤੀ, ਸਾਰੇ ਜਗਤ ਵਿੱਚ ਆਪਣੇ ਭਗਤ ਦੀ ਪੈਜ ਉਜਾਗਰ ਕੀਤੀ। ਤੂੰ ਵੀ ਇੱਧਰ ਉੱਧਰ ਦੇਵੀ ਦੇਵਤਿਆਂ ਜਾਂ ਹੋਰ ਆਸਾਂ ਉਪਾਸਨਾਵਾਂ ਨੂੰ ਛੱਡ ਕੇ ਸੈਣ ਜੀ ਵਾਂਗੂ ਇੱਕ ਅੰਤਰਜਾਮੀ ਪ੍ਰਭੂ ਜੀ ਦਾ ਹੋ ਜਾ। ਉਹਨਾਂ ਦੀ ਸ਼ਰਨ, ਉਹਨਾਂ ਦਾ ਆਸਰਾ ਲੈ, ਤੂੰ ਵੀ ਸੈਣ ਜੀ ਵਾਂਗੂ ਭਵਸਾਗਰ ਤੋਂ ਪਾਰ ਹੋ ਜਾਵੇਂਗਾ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਮਨ ਡੀਗ ਨਾ ਡੋਲੇ ਕਾਹੂ ਜਾਏ, ਮਨ ਤੂੰ ਵੀ ਤਰਸੈ ਸ਼ਰਨ ਪਾਏ। ਸਭ ਹੋਰ ਸਾਧਨ ਛੱਡ ਕੇ ਸਾਧ ਸੰਗਤ ਵਿੱਚ ਹਰੀ ਕੀਰਤਨ, ਹਰੀ ਕਥਾ, ਹਰੀ ਪ੍ਰੇਮਾ ਭਗਤੀ ਸਰਵਣ ਕਰ ਅਤੇ ਸੇਵਾ ਕਰ ਆਪਣੇ ਹੱਥੀਂ ਸੰਗਤ ਦੀ, ਤਾਂ ਜੋ ਪ੍ਰੇਮਾ ਭਗਤੀ ਦੀ ਦਾਤ ਪ੍ਰਭੂ ਜੀ ਤੋਂ ਤੇਰੀ ਵੀ ਝੋਲੀ ਪੈ ਜਾਵੇ ਅਤੇ ਤੇਰਾ ਵੀ ਆਵਾਗਾਉਣ ਦਾ ਚੱਕਰ ਕੱਟਿਆ ਜਾਵੇ।